ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਨੇ ਜਦੋਂ ਹਿੰਦੁਸਤਾਨ ਦੇ ਉੱਤੇ ਜ਼ੁਲਮ ਸ਼ੁਰੂ ਕੀਤੇ ਨੇ, ਉਹਦਾ ਹੀ ਮਕਸਦ ਸੀ ਕਿ ਇੱਕੋ ਹੀ ਧਰਮ ਰਹਿ ਜਾਵੇ, ਬਸ ਇਸਲਾਮ, ਹੋਰ ਕੁਛ ਨਹੀਂ। ਜ਼ੁਲਮ ਉਸਨੇ ਇਤਨੇ ਕੀਤੇ ਨੇ, ਇਤਿਹਾਸਕਾਰ ਕਹਿੰਦੇ ਨੇ 1.25 ਮਣ ਜਨੇਊ ਰੋਜ਼ ਉਤਾਰ ਕੇ ਤੇ ਫਿਰ ਰੋਟੀ ਖਾਂਦਾ ਸੀ। ਆਪਾਂ ਇੱਥੋਂ ਗਿਣਤੀ ਕਰ ਸਕਦੇ ਹਾਂ, ਇੱਕ ਜਨੇਊ ਦਾ ਵਜ਼ਨ ਕਿਤਨਾ ਹੋ ਸਕਦਾ ਹੈ? ਵੱਧ ਤੋਂ ਵੱਧ 10 ਗ੍ਰਾਮ ਵਜ਼ਨ ਹੋਵੇਗਾ, ਤੇ 1.25 ਮਣ, ਅਗਰ ਮਣ ਅਸੀਂ ਪੁਰਾਣਾ ਵੀ ਗਿਣੀਏ ਨਾ, ਪੁਰਾਣਾ ਮਣ 20 ਕਿਲੋ ਦਾ ਹੁੰਦਾ ਸੀ। ਜਿਹੜੀ ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ ਨਾ, 3.5 ਮਣ ਦੇਹੁਰੀ ਚੱਲੇ ਪਾਣੀ ਅੰਨ, ਜੇ 40 ਕਿਲੋ ਦਾ ਮਣ ਅਸੀਂ ਅੱਜ ਦਾ ਜੋੜ ਲਈਏ ਤੇ ਵਜ਼ਨ ਬਹੁਤ ਜ਼ਿਆਦਾ ਹੋ ਜਾਣਾ। ਫਿਰ ਤਾਂ 3.5 ਮਣ ਕਿਤਨਾ ਬਣ ਜਾਂਦਾ ਹੈ? 140 ਕਿਲੋ ਵਜ਼ਨ ਬਣ ਜਾਏਗਾ। ਹਰ ਬੰਦੇ ਦਾ ਇਤਨਾ ਵਜ਼ਨ ਨਹੀਂ ਹੁੰਦਾ। ਉਸ ਜ਼ਮਾਨੇ ਦੇ ਵਿੱਚ ਮਣ 20 ਕਿਲੋ ਦਾ ਹੁੰਦਾ ਸੀ। 3.5 ਮਣ ਦੇਹੁਰੀ, 3.5 ਮਣ ਅਗਰ 20 ਕਿਲੋ ਦਾ ਮਣ ਮੰਨਿਆ ਜਾਵੇ ਤਾਂ 70 ਕਿਲੋ ਵਜ਼ਨ ਬਣਦਾ ਹੈ। ਔਰ ਆਮ ਬੰਦੇ ਦਾ ਐਵਰੇਜ ਕੱਢਿਆ ਜਾਵੇ 60-70 ਕਿਲੋ ਵਜ਼ਨ ਬਣਦਾ ਹੈ। ਮਹਾਰਾਜ ਨੇ ਬੜੇ ਨਾਪ ਤੋਲ ਕੇ ਗੁਰਬਾਣੀ ਵਿੱਚ ਬਚਨ ਦਰਜ ਕੀਤੇ ਨੇ। ਅਗਰ 20 ਕਿਲੋ ਦਾ ਮਣ ਵੀ ਗਿਣ ਲਈਏ ਅਸੀਂ ਤਾਂ 1.25 ਮਣ ਤਕਰੀਬਨ ਕੋਈ 25 ਕਿਲੋ ਜਨੇਊ ਰੋਜ਼ ਉਤਾਰ ਕੇ ਤੇ ਫਿਰ ਰੋਟੀ ਖਾਂਦਾ ਸੀ। ਹਜ਼ਾਰਾਂ ਬੰਦੇ ਰੋਜ਼ ਬੇਪਤ ਕੀਤੇ ਜਾਂਦੇ। ਸ਼ੇਰ ਅਫਗਾਨ ਨੂੰ ਜਦੋਂ ਇਸ ਨੇ ਭੇਜਿਆ ਕਸ਼ਮੀਰ ਦੇ ਵਿੱਚ, ਸ਼ੇਰ ਅਫਗਾਨ ਨੇ ਕਸ਼ਮੀਰ ਵਿੱਚ ਜਾ ਕੇ ਸ਼੍ਰੀਨਗਰ ਦੇ ਵਿੱਚ ਬ੍ਰਾਹਮਣਾਂ ਦੇ ਉੱਤੇ, ਪੰਡਤਾਂ ਦੇ ਉੱਤੇ ਜਦੋਂ ਸਖਤੀ ਸ਼ੁਰੂ ਕੀਤੀ ਹੈ, ਉਹਨਾਂ ਸਾਰਿਆਂ ਨੇ ਆਪਸ ਦੇ ਵਿੱਚ ਵਿਚਾਰ ਕੀਤੀ ਵੀ ਹੁਣ ਕੀ ਕੀਤਾ ਜਾਏ। ਰਸਤਾ ਕੋਈ ਨਜ਼ਰ ਨਹੀਂ ਆਉਂਦਾ ਪਿਆ, ਕੀ ਕਰਨਾ ਚਾਹੀਦਾ ਸਾਨੂੰ। ਤੇ ਬੰਦਾ ਜਦੋਂ ਦੁਖੀ ਹੁੰਦਾ ਨਾ, ਫਿਰ ਰੱਬ ਦੀ ਯਾਦ ਆਉਂਦੀ ਹੈ ਉਸਨੂੰ, ਫਿਰ ਹੋਰ ਕੋਈ ਚੇਤਾ ਨਹੀਂ ਆਉਂਦਾ, ਫਿਰ ਰੱਬ ਯਾਦ ਆਉਂਦਾ ਵੇ। ਮੈਂ ਅਕਸਰ ਕਈ ਵਾਰੀ ਅਰਜ਼ ਕਰਦਾ ਹੁੰਦਾ ਕਿ ਇਹ ਜਿਤਨੀ ਭੀੜ ਗੁਰਦੁਆਰਿਆਂ ਵਿੱਚ ਆ ਰਹੀ ਹੈ ਨਾ, ਅਗਰ 2 ਚੀਜ਼ਾਂ ਬੰਦੇ ਦੀ ਜ਼ਿੰਦਗੀ ਵਿੱਚੋਂ ਕੱਢ ਦਿੱਤੀਆਂ ਜਾਣ ਤਾਂ ਜਿਤਨੇ ਲੋਕ ਗੁਰਦੁਆਰੇ ਆ ਰਹੇ ਨਾ, ਇਹਨਾਂ ਨੇ ਵੀ ਨਹੀਂ ਆਉਣਾ ਫਿਰ ਇੱਥੇ। ਅਗਰ 2 ਚੀਜ਼ਾਂ ਕੱਢ ਦਈਏ ਅਸੀਂ, ਆਪਣੇ ਆਪਣੇ ਹਿਰਦੇ ਨੂੰ ਪੜ੍ਹ ਕੇ ਦੇਖਣਾ। ਇੱਕ ਤਾਂ ਸਾਡਾ ਦੁੱਖ ਹੈ ਜੋ ਸਾਨੂੰ ਇੱਥੇ ਖਿੱਚ ਲਿਆਂਦਾ। ਦੁੱਖ ਦੀ ਜਦੋਂ ਨਿਵਰਤੀ ਨਹੀਂ ਕਿਧਰੋਂ ਹੁੰਦੀ, ਫਿਰ ਬੰਦਾ ਕਹਿੰਦਾ ਚੱਲ ਹੁਣ ਗੁਰਦੁਆਰੇ ਚੱਲੀਏ ਅਸੀਂ, ਤਾਂ ਇੱਥੇ ਆਉਂਦਾ। ਦੂਸਰੀ ਸਾਡੀ ਮੰਗ ਹੁੰਦੀ ਹੈ, ਅਸੀਂ ਕੁਛ ਮੰਗਣਾ ਹੋਵੇ। ਅਗਰ ਕੋਈ ਮੰਗਣਾ ਨਾ ਹੋਵੇ, ਕਿਸੇ ਨੇ ਗੁਰਦੁਆਰੇ ਨਹੀਂ ਆਉਣਾ। ਕੁਛ ਮੰਗਣ ਵਾਸਤੇ ਧਨ ਮੰਗਣਾ, ਪੁੱਤਰ ਮੰਗਣਾ, ਪਰਿਵਾਰ ਮੰਗਣਾ, ਕਾਰੋਬਾਰ ਮੰਗਣਾ, ਸੋਨਾ ਚਾਂਦੀ, ਧਨ ਦੌਲਤ, ਮਾਨ ਸਨਮਾਨ, ਜ਼ਿੰਦਗੀ ਮੰਗਣੀ ਹੈ, ਦੇਹ ਰੋਗਤਾ ਮੰਗਣੀ ਹੈ। ਕਈ ਮੰਗਾਂ ਨੇ ਸਾਡੀਆਂ, ਕੋਈ ਇੱਕ ਮੰਗ ਹੈ। ਅਗਰ ਇਹ 2 ਚੀਜ਼ਾਂ ਕੱਢ ਦਈਏ ਨਾ ਤਾਂ ਰੱਬ ਸਾਨੂੰ ਕਦੀ ਚੇਤੇ ਨਹੀਂ ਆਏਗਾ। ਇਹ 2 ਚੀਜ਼ਾਂ ਸਾਨੂੰ ਇੱਥੇ ਖਿੱਚ ਲਿਆਉਂਦੀਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਕਰੋੜਾਂ ਦੇ ਵਿੱਚੋਂ ਕੋਈ ਇੱਕ ਬੰਦਾ ਹੁੰਦਾ ਹੈ ਜਿਹੜਾ ਰੱਬ ਕੋਲੋਂ ਰੱਬ ਨੂੰ ਮੰਗਣ ਵਾਸਤੇ ਆਉਂਦਾ ਹੈ। ਕਰੋੜਾਂ ਦੇ ਵਿੱਚੋਂ ਹਰ ਬੰਦਾ ਨਹੀਂ ਮੰਗਦਾ ਹੈ। ਸਾਡੀ ਮੰਗ ਨਹੀਂ ਵੀ ਗੁਰੂ ਸਾਨੂੰ ਮਿਲ ਜਾਵੇ, ਸਾਡੀ ਮੰਗ ਨਹੀਂ ਪ੍ਰਮਾਤਮਾ ਸਾਨੂੰ ਮਿਲ ਜਾਵੇ। ਅਸੀਂ ਦੁਨਿਆਵੀ ਵਸਤੂਆਂ ਮੰਗਦੇ ਪਏ ਹਾਂ। ਤੇ ਮਹਾਰਾਜ ਕਹਿੰਦੇ ਨੇ, ਜੋ ਕੁਛ ਮੰਗਦਾ ਪਿਆ ਇਹ ਸਭ ਦੁੱਖ ਹੈ। ਬਿਨ ਤੁਧ ਹੋਰ ਜੇ ਮੰਗਣਾ
सिर दुखां के दुख, देह नाम संतोखिया, उतरे मन की भुख। ये मंग कदी अंदरों साडे निकली नहीं है। इन्हां नूं भी चेता आया भी चलो हुण रब दी शरण विच चलीए, परमात्मा कोल चलीए। जिहड़ी अमरनाथ दी गुफा है ना, जिथे शिव जी दा अस्थान मन्निया जांदा है, सारे ब्राह्मण इकट्ठे हो के ते उस गुफा कोल गए ने। उत्थे जाके इन्हां ने अरदास कीती भी शिव जी अपना तीसरा नेत्र खोलन ते इन्हां दुष्टां दा नाश करन। अरदास इतनी गहराई दे नाल कीती कि इस दी समाधि लग गई है, और उस समाधि दे विच इस नूं शिव जी ने ज्ञान दिता है भी जे तुसी बचना चाहते हो तो इक्को ही दरवाजा है। वो किहड़ा दरवाजा है? गुरु नानक दा घर। तुसी उत्थे जाओ। 16 मुखी ब्राह्मणां नूं नाल लै के पंडित किरपा राम जी की अगवाई दे विच आनंदपुर साहब पहुँचे ने। पहले अमृतसर गए ने, उत्थों पता लगा भी इत्थे नहीं हन गुरु साहब, आनंदपुर साहब दे विच ने। तो फिर उत्थों चल के आनंदपुर साहब आ गए ने। मैं कल अर्ज कीती सी कि पंडित किरपा राम पंडित ब्रह्म दत्त दा पड़पोतरा है। इनू पता सी कि गुरु नानक दा घर कैसा है, क्योंकि इसने अपने परदादे दियां कहानियां सुन रखियां सन, जिहदी चर्चा हुई गुरु नानक सच्चे पातशाह दे नाल, जिन्हें गुरु नानक साहब नूं मत्था टेकिया सी, इसने सुन रखिया सी। और बालक गोबिंद राय जी नूं महाराज आप लिखते ने कि दीनी भांत भांत की शिक्षा पिता गुरु तेग बहादुर साहब ने साडी सिक्शा वास्ते भांत भांत दे जिहड़े उस वक्त दे विद्वान सन ना, उन्हां नूं नियुक्त कीता सी। उन्हां दे विच पंडित किरपा राम सी जो गुरु गोबिंद सिंह महाराज नूं संस्कृत पढ़ांदा सी। हालांकि गुरु नूं किसी पढ़ाई की लोड़ नहीं है, पर एक दुनियावी रस्म नूं पूरा करन वास्ते सतगुरु जी संस्कृत पढ़ते सन। और एक किरपा राम जानदा सी कि गुरु नानक दा ओह घर है जिन्हें बाबर दे दरबार विच जाके बाबर दे सामने खलो के आख्या, बाबर तू बाबर नहीं है, तू जाबर है। तू बाबर दे मूँह ते आख्या। चंगे चंगे राजे महाराजियां दे बाबर दे सामने जाके ते पसीने छुट जाते सन, जुबान बंद हो जाती सी, जबकि उन्होंने कोल बहुत वड्डियां वड्डियां फौजां भी सन। लेकिन गुरु नानक सच्चे पातशाह कोल ऐसी कोई फौज नहीं सी, केवल एक निरंकार दा आसरा। ते महाराज ने जाके बाबर नूं आख्या भी बाबर तू बाबर नहीं है, तू जाबर है। तू हिंदुस्तान दी आज़ादी दी जो पहली आवाज़ उठी है ना, वो गुरु नानक सच्चे पातशाह ने उठाई है। गुरु नानक साहब ने ये पंडित किरपा राम जानदा सी कि ये गुरु नानक दा घर है, जिथे शरण विच आए हुए दी लाज रखण वास्ते अपने प्राण तक त्याग दिते जांदे ने। ये गुरु नानक दा घर है। इसने आके श्री गुरु तेग बहादुर साहब महाराज दे सन्मुख होके और इसने बेनती की कि महाराज सानू इस वक्त धार्मिक तौर ते नगन किया जा रहा है। धार्मिक तौर पे इन्हां शब्दों नूं बड़ी गहराई नाल सुनना थोड़ा जा। एक नगन होंदा है बंदा शरीरक तौर ते, किसी ने कपड़े नहीं पाए ने वो नगन है। एक बंदा नगन होंदा वे धार्मिक तौर ते, जिहदे कोल धार्मिक निशान ना होन, समझ लेना ये बंदा कपड़े पा के भी नगन है। जिहदे कोल केस ना होन, कंगा ना होवे, कड़ा ना होवे, किरपान ना होवे, कछहरा ना होवे, ये साडे धार्मिक चिन्ह ने। भाई नंद लाल जी ने गुरु गोबिंद सिंह महाराज की जो
ਉਪਦੇਸ਼ ਸਨ, ਭਾਈ ਸਾਹਿਬ ਨੇ ਉਸ ਨੂੰ ਸ਼ੇਰ ਵੀ ਚਰਜ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਰਮਾਨ ਸੀ ਕਿ ਨਿਸ਼ਾਨ ਸਿੱਖੀ ਈ ਪੰਜ ਹਰਪ ਕਾਫ, ਕਿ ਹਰਗਿਜ਼ ਨਾ ਬਾਸ਼ਦ ਈ ਪੰਜ ਮੁਆਫ। ਸਿੱਖ ਮੇਰੇ ਸਾਹਮਣੇ ਆਵੇ ਤੇ ਪੰਜ ਕਕਾਰ ਉਹਦੇ ਤਨ ਤੇ ਹੋਣੇ ਚਾਹੀਦੇ ਨੇ। ਅਗਰ ਨਹੀਂ ਹੋਣਗੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਉਹ ਮਾਫੀ ਦਾ ਹੱਕਦਾਰ ਨਹੀਂ ਹੋ ਸਕਦਾ, ਉਹਨੂੰ ਮਾਫ ਨਹੀਂ ਕੀਤਾ ਜਾ ਸਕਦਾ। ਅਗਰ ਕੇਵਲ ਕੇਸ ਰੱਖੇ ਹੋਏ ਨੇ ਤੇ ਬਾਕੀ ਕਕਾਰ ਹੈ ਨਹੀਂ ਤਾਂ ਮਹਾਰਾਜ ਕਹਿੰਦੇ ਨੇ ਤਰੇ ਕੇਸ ਪਾਹੁਲ ਬਿਨਾ ਪੇਖੀ ਮੂਰਖ ਸਿੱਖ, ਤਿਸ ਕੋ ਦਰਸ਼ਨ ਨਾਹੀ ਮੇਰਾ ਪਾਪੀ ਤਿਆਗੇ ਬਿਖ। ਜੇ ਇਸਨੇ ਬਾਕੀ ਕਕਾਰ ਧਾਰਨ ਨਹੀਂ ਕੀਤੇ ਨਾ ਤਾਂ ਮਹਾਰਾਜ ਕਹਿੰਦੇ ਨੇ ਉਹ ਮੇਰੇ ਸਾਹਮਣੇ ਹੀ ਨਾ ਆਵੇ। ਪਰ ਅਸੀਂ ਫਿਰ ਵੀ ਢੀਠ ਫਿਰ ਆ ਜਾਂਦੇ ਅਸੀਂ ਗੁਰੂ ਦੇ ਸਨਮੁਖ। ਔਰ ਮਹਾਰਾਜ ਜੀ ਦੇਖ ਲੈਂਦੇ ਨੇ, ਚਲੋ ਅੱਜ ਨਹੀਂ ਤੇ ਕੱਲ। ਸਤਿਗੁਰ ਪਿਤਾ ਸਮਾਨ ਨੇ ਨਾ, ਬੱਚੇ ਗਲਤੀਆਂ ਕਰਦੇ ਨੇ, ਪਿਤਾ क्षमा ਕਰ ਦਿੰਦਾ। ਜਿਸ ਦੇ ਕੋਲ ਧਾਰਮਿਕ ਨਿਸ਼ਾਨ ਨਾ ਹੋਣ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਜੈਨੀ ਹੈ, ਬੋਧੀ ਹੈ, ਕੋਈ ਵੀ ਹੋਵੇ, ਅਗਰ ਧਾਰਮਿਕ ਨਿਸ਼ਾਨ ਨਹੀਂ ਹਨ ਤਾਂ ਸਮਝ ਲੈਣਾ ਕਿ ਇਹ ਬੰਦਾ ਕੱਪੜੇ ਪਾ ਕੇ ਵੀ ਧਾਰਮਿਕ ਤੌਰ ਤੇ ਨਗਨ ਹੈ ਇਹ ਬੰਦਾ। ਔਰ ਅੱਜ ਤੇ ਬੰਦਾ ਕੱਪੜੇ ਪਾ ਕੇ ਵੀ ਨਗਨ ਹੀ ਹੈ। ਅਸੀਂ ਐਸੇ ਕੱਪੜੇ ਪਾਉਂਦੇ ਪਏ ਹਾਂ। ਕੱਪੜੇ ਕਿਸ ਵਾਸਤੇ ਪਾਏ ਜਾਂਦੇ ਨੇ? ਸਰੀਰ ਨੂੰ ਢੱਕਣ ਵਾਸਤੇ। ਤੇ ਕੱਪੜੇ ਪਾ ਕੇ ਵੀ ਜੇ ਬੰਦੇ ਦਾ ਸਰੀਰ ਨਗਨ ਨਹੀਂ ਹੈ ਤਾਂ ਫਿਰ ਇਸ ਨੂੰ ਕੀ ਆਖਾਂਗੇ ਅਸੀਂ? ਅੱਜ ਐਸੇ ਕੱਪੜੇ ਅਸੀਂ ਪਹਿਨਦੇ ਪਏ ਹਾਂ। ਕੋਈ ਹਜ਼ਾਰਾਂ ਵਿੱਚੋਂ ਕੋਈ ਇੱਕ ਅੱਧਾ ਬੰਦਾ ਹੋਵੇ ਜਿਹਦੇ ਕੋਲ ਕੱਪੜੇ ਨਾ ਹੋਣ ਤੇ ਉਹ ਨਗਨ ਹੋਵੇ। ਕੋਈ ਆਪਾਂ ਦੇਖਦੇ ਆ ਨਾ ਕਈ ਵਾਰੀ ਸੜਕਾਂ ਤੇ ਕੋਈ ਵਿਚਾਰੇ ਬੁੱਧੀ ਨਹੀਂ ਹੈ ਜਾਂ ਕੋਈ ਅੱਗੇ ਪਿੱਛੇ ਨਹੀਂ, ਪਰਿਵਾਰ ਵਿੱਚ ਗਰੀਬ ਹੈ, ਕੱਪੜੇ ਨਹੀਂ ਹਨ, ਉਹ ਨਗਨ ਘੁੰਮਦਾ ਹੋਵੇ। ਬਾਕੀ ਸਭ ਦੁਨੀਆ ਨੇ ਕੱਪੜੇ ਪਾਏ ਹੋਏ ਨੇ, ਚਾਹੇ ਥੋੜੇ ਪਾਏ ਨੇ ਤੇ ਚਾਹੇ ਬਹੁਤੇ ਪਾਏ ਨੇ, ਲੇਕਿਨ ਦੁਨੀਆ ਨੇ ਕੱਪੜੇ ਪਾਏ ਹੋਏ ਨੇ। ਲੇਕਿਨ ਧਾਰਮਿਕ ਤੌਰ ਤੇ ਤਾਂ ਬਹੁਤੇ ਮਨੁੱਖ ਸੰਸਾਰ ਦੇ ਵਿੱਚ ਨਗਨ ਹੀ ਘੁੰਮਦੇ ਪਏ ਨੇ, ਨਗਨ ਹੀ ਘੁੰਮਦੇ ਪਏ। ਮਹਾਰਾਜ ਸਾਨੂੰ ਧਾਰਮਿਕ ਤੌਰ ਤੇ ਨਗਨ ਕੀਤਾ ਜਾਂਦਾ ਪਿਆ, ਤੁਸੀਂ ਸਾਡੀ ਲਾਜ ਰੱਖ ਲਓ। ਇਸਨੇ ਬੇਨਤੀ ਕੀਤੀ ਹੈ, ਕਹਿੰਦੇ ਰਾਖੋ ਅਬ ਹਿੰਦੁਨ ਕੀ ਟੇਕ, ਨਹੀਂ ਤਾਂ ਜਗ ਮੇ ਰਹੇ ਨਾ ਏਕ। ਸਾਡੇ ਹਿੰਦੂਆਂ ਦੀ ਤੁਸੀਂ ਪੱਤ ਬਚਾ ਲਵੋ, ਨਹੀਂ ਤਾਂ ਇੱਕ ਵੀ ਹਿੰਦੂ ਨਹੀਂ ਰਹਿ ਜਾਣਾ। ਜਿਹਨੇ ਸ਼ਰਤਾਂ ਹੀ ਦੋ ਰੱਖ ਦਿੱਤੀਆਂ ਹੋਣ, ਜਾਂ ਮੁਸਲਮਾਨ ਬਣ ਜਾਓ ਤੇ ਜਾਂ ਮੌਤ, ਤਾਂ ਬਚਣੇ ਕਿੱਥੋਂ ਸਨ? ਪਰ ਬਹੁਤ ਸਾਰੀ ਗਿਣਤੀ ਜਿਹੜੇ ਮੌਤ ਕੋਲੋਂ ਡਰ ਗਏ, ਟੈਕਸ ਕੋਲੋਂ ਡਰ ਗਏ, ਔਰੰਗਜ਼ੇਬ ਦੇ ਤਸ਼ੱਦਦ ਕੋਲੋਂ ਡਰ ਗਏ ਨੇ, ਉਹਨਾਂ ਨੇ ਇਸਲਾਮ ਕਬੂਲ ਵੀ ਕੀਤਾ ਹੋਵੇ। ਇਤਿਹਾਸ ਪੜ੍ਹ ਕੇ ਦੇਖ ਲਵੋ। ਮਹਾਰਾਜ ਸਾਡੀ ਬਾਂਹ ਪਕੜੋ, ਬਾਂਹ ਸਾਡੀ ਪਕੜੀਏ ਹਰ ਗੋਬਿੰਦ ਕੇ ਚੰਦ। ਦੁਖੀਏ ਬ੍ਰਾਹਮਣ ਚੱਲ ਕੇ ਆਏ ਪੂਰੀ ਆਨੰਦ, ਬਾਂਹ ਸਾਡੀ ਪਕੜੀਏ ਹਰ ਗੋਬਿੰਦ ਕੇ ਚੰਦ। ਇਹ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਸਾਡੀ ਬਾਂਹ ਪਕੜੋ, ਅਸੀਂ ਦੁਖੀਏ ਤੁਹਾਡੀ ਸ਼ਰਨ ਦੇ ਵਿੱਚ ਚੱਲ ਕੇ ਆਏ ਹਾਂ। ਔਰ ਇਹਨੇ ਬੜੀਆਂ ਸੁੰਦਰ ਮਿਸਾਲਾਂ ਦਿੱਤੀਆਂ ਨੇ ਇਸਨੇ। ਕਹਿੰਦੇ ਜਦੋਂ ਜਦੋਂ ਵੀ ਸੰਸਾਰ ਦੇ ਵਿੱਚ ਅਧਰਮ ਵਧਿਆ ਹੋਵੇ, ਪਰਮਾਤਮਾ ਅਵਤਾਰ ਧਾਰਨ ਕਰਦਾ ਹੈ ਔਰ ਦੁਖੀ ਲੋਕਾਂ ਦੀ, ਉਹਨਾਂ ਦੀ ਜੋ ਤਕਲੀਫ ਹੈ, ਜੋ ਦੁੱਖ ਹੈ, ਉਸ ਨੂੰ ਦੂਰ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਪਰਮਾਤਮਾ ਅਵਤਾਰ ਧਾਰਨ ਕਰਦਾ ਹੈ। ਤੁਲਸੀਦਾਸ ਜੀ ਵੀ ਕਹਿੰਦੇ ਨੇ ਕਿ ਜਬ ਜਬ ਹੋਤ ਧਰਮ ਕੀ ਹਾਨੀ, ਬਾਢ ਹੈ ਅਧਮ ਅਸੁਰ ਅਭਿਮਾਨੀ,
तब तब विवध धर प्रभु शरीरा, हरे कृपा नित सज्जन पीड़ा। परमात्मा अवतार धारण करदा है। ਆਪਾਂ ਪੜ੍ਹਦੇ ਆ ਨਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਭਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਆਏ ਨੇ ਸੰਸਾਰ ਦੀ ਪੁਕਾਰ ਸੁਣ ਕੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ। ਪੁਕਾਰ ਸੁਣ ਕੇ ਆਏ ਨੇ ਮਹਾਰਾਜ। ਇਸ ਨੇ ਬੜੀਆਂ ਸੁੰਦਰ ਮਿਸਾਲਾਂ ਦਿੱਤੀਆਂ ਨੇ। ਕਹਿੰਦੇ ਜਦੋਂ ਪ੍ਰਹਿਲਾਦ ਨੂੰ ਕਸ਼ਟ ਦਿੱਤੇ ਗਏ ਨੇ, ਤੁਸੀਂ ਹੋ ਜਿਨੇ ਨਰਸਿੰਘ ਅਵਤਾਰ ਧਾਰਨ ਕਰਕੇ ਔਰ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ। ਜਦੋਂ ਗੰਗਾ ਦੇ ਵਿੱਚ ਹਾਥੀ ਨੂੰ ਤੰਦੂਏ ਨੇ ਪਕੜਿਆ ਤੇ ਹਾਥੀ ਨੇ ਜਦੋਂ ਪੁਕਾਰ ਕੀਤੀ ਹੈ, ਮਹਾਰਾਜ ਸੁਦਰਸ਼ਨ ਚੱਕਰ ਲੈ ਕੇ ਤੁਸੀਂ ਹਾਥੀ ਨੂੰ ਛੁਡਾਇਆ ਹੈ। ਜਦੋਂ ਭਰੀ ਸਭਾ ਦੇ ਵਿੱਚ ਦ੍ਰੋਪਦੀ ਨੂੰ ਨਗਨ ਕੀਤਾ ਜਾਂਦਾ ਪਿਆ, ਮਹਾਰਾਜ ਕ੍ਰਿਸ਼ਨ ਰੂਪ ਬਣ ਕੇ ਤੁਸੀਂ ਉੱਥੇ ਪੱਤ ਰੱਖੀ ਹੈ। ਅੱਜ ਸਾਡੀ ਪੱਤ ਰੁਲਦੀ ਪਈ ਹੈ, ਮਹਾਰਾਜ ਤੁਸੀਂ ਬਸ ਸਾਡੀ ਬਾਂਹ ਪਕੜੋ, ਕਿਉਂਕਿ ਇਹ ਗੁਰੂ ਨਾਨਕ ਦਾ ਘਰ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਇੱਥੇ ਤੇ ਜਿਹੜਾ ਵੀ ਆ ਜਾਵੇ ਉਹਦੀ ਬਾਂਹ ਪਕੜੀ ਜਾਂਦੀ ਹੈ, ਉਹਦੀ ਪੱਤ ਰੱਖੀ ਜਾਂਦੀ ਹੈ। ਪਰ ਸ਼ਰਤ ਇਹ ਹੈ ਕਿ ਆ ਜਾਵੇ ਸਹੀ ਸ਼ਰਨ ਦੇ ਵਿੱਚ। ਇਹ ਨਾ ਹੋਵੇ ਵੀ ਮੁਖ ਤੋਂ ਕੇਵਲ ਗੱਲਾਂ ਹੀ ਕਰਦਾ ਹੋਵੇ ਕਿ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੀ ਗਹੇ ਕੀ ਲਾਜ ਜਸ ਗੋਬਿੰਦ ਦਾਸ ਤੁਹਾਰ, ਤੇ ਬਾਹਰ ਜਾ ਕੇ ਹੋਰ ਦਰਵਾਜ਼ਿਆਂ ਤੇ ਵੀ ਭਟਕਦਾ ਹੋਵੇ। ਸਿਦਕ ਤੇ ਭਰੋਸੇ ਦੇ ਨਾਲ ਜਦ ਕੋਈ ਆ ਜਾਂਦਾ ਨਾ, ਤਾਂ ਫਿਰ ਉਹਦੀ ਰੱਖਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਕਰਦੇ ਹਨ। ਫਿਰ ਇਸ ਨੇ ਮਿਸਾਲ ਦਿੱਤੀ ਹੈ, ਕਹਿੰਦਾ ਮਹਾਰਾਜ ਮੈਂ ਬਚਪਨ ਤੋਂ ਪੜ੍ਹਦਾ ਆ ਰਿਹਾ ਕਿ ਰਘੁਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਮਹਾਰਾਜ ਇਹ ਬਚਨ ਮੈਂ ਕੇਵਲ ਸੁਣੇ ਹੀ ਨੇ, ਤੁਸੀਂ ਇਸ ਨੂੰ ਪੂਰਾ ਕਰ ਸਕਦੇ ਹੋ ਕਿਉਂਕਿ ਤੁਸੀਂ ਹੀ ਰਾਮ ਦੇ ਅਵਤਾਰ ਹੋ। ਉਹਨੇ ਮਿਸਾਲਾਂ ਦਿੱਤੀਆਂ ਨੇ ਆਪਣੇ ਵੱਲੋਂ, ਬੜੇ ਪਿਆਰ ਨਾਲ, ਬੜੇ ਸਿਦਕ ਦੇ ਨਾਲ ਇਸ ਨੇ ਬੇਨਤੀ ਕੀਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਨੌਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ। ਤੇ ਸਤਿਗੁਰ ਦਾ ਤੇ ਕੰਮ ਹੀ ਹੈ ਕਿ ਜਿਹੜਾ ਸ਼ਰਨ ਦੇ ਵਿੱਚ ਆ ਜਾਵੇ ਉਹਦੀ ਬਾਂਹ ਪਕੜਨੀ ਹੈ। ਗੁਰੂ ਨਾਨਕ ਦੇ ਘਰ ਦੇ ਤੇ ਇਹ ਅਖਾਣ, ਇਹ ਬੋਲ ਪ੍ਰਚਲਿਤ ਹੋ ਗਏ ਸਨ ਕਿ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਮਨ ਜੋੜੀਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ, ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀਏ। ਇਹ ਬਚਨ ਪ੍ਰਚਲਿਤ ਹੋ ਗਏ ਸਨ ਕਿ ਇਹ ਗੁਰੂ ਨਾਨਕ ਦਾ ਘਰ ਹੈ, ਜਿੱਥੇ ਕਿਸੇ ਦੀ ਆਨ ਬਾਨ ਤੇ ਸ਼ਾਨ ਨੂੰ ਬਚਾਉਣ ਵਾਸਤੇ ਆਪਣਾ ਆਪ ਕੁਰਬਾਨ ਕੀਤਾ ਜਾ ਸਕਦਾ ਹੈ। ਜੇ ਇੱਕ ਵਾਰੀ ਬਾਂਹ ਪਕੜ ਲੈਣ ਨਾ ਤਾਂ ਫਿਰ ਕੋਈ ਬਾਂਹ ਛੁਡਾ ਨਹੀਂ ਸਕਦਾ ਹੈ, ਫਿਰ ਆਪਣੀ ਜਾਨ ਵੀ ਦਿੱਤੀ ਜਾ ਸਕਦੀ ਹੈ। ਜਿਹਨੇ ਬਚਪਨ ਦੇ ਵਿੱਚ ਆਪਣਾ ਚੋਲਾ ਉਤਾਰ ਦਿੱਤਾ ਸੀ, ਮਹਾਰਾਜ ਤੁਸੀਂ ਉਹ ਜਿਹੜੇ ਸਾਡੀ ਬਾਂਹ ਪਕੜ ਸਕਦੇ ਹੋ। ਅਜੇ ਇਹ ਬਚਨ ਵਿਲਾਸ ਹੋ ਹੀ ਰਹੇ ਸਨ ਤੇ ਜਿਹੜੇ 16 ਬ੍ਰਾਹਮਣ ਚੱਲ ਕੇ ਆਏ ਸਨ ਨਾ, ਕੁਝ ਕਹਿੰਦੇ ਨੇ 500 ਦਾ ਜੱਥਾ ਸੀ, ਪਰ ਹੋ ਸਕਦਾ ਹੈ ਵੀ 500 ਆਏ ਹੋਣ। ਉਹਨਾਂ ਵਿੱਚੋਂ ਮੁਖੀ ਜਿਹੜੇ 16 ਬ੍ਰਾਹਮਣ ਸਨ, ਉਹ ਦਰਬਾਰ ਦੇ ਵਿੱਚ ਆ ਕੇ ਅਰਜ਼ ਕਰਦੇ ਪਏ ਨੇ। ਗੱਲਾਂ ਬਾਤਾਂ ਜੇ ਚਲਦੀਆਂ ਹੀ ਪਈਆਂ ਨੇ ਤੇ 9 ਸਾਲ ਦੀ ਉਮਰ ਸੀ ਬਾਲਕ ਗੋਬਿੰਦ ਰਾਏ ਜੀ ਦੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਸਤਿਗੁਰੂ ਜੀ ਬਾਹਰੋਂ ਆਏ ਨੇ ਖੇਡਦੇ ਹੋਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠ ਗਏ ਨੇ। ਮਹਾਰਾਜ ਨੇ ਪਿਆਰ ਕੀਤਾ ਤੇ ਸਤਿਗੁਰੂ ਜੀ ਪੁੱਛਦੇ ਨੇ ਆਪਣੇ ਪਿਤਾ ਜੀ ਕੋਲੋਂ ਵੀ ਇਹ ਤਾਂ ਗੁਰੂ ਨਾਨਕ ਦਾ ਘਰ ਹੈ, ਜਿੱਥੇ ਰੋਂਦੇ ਹੋਏ ਆਉਂਦੇ ਨੇ ਤੇ ਹੱਸਦੇ ਹੋਏ ਜਾਂਦੇ ਨੇ। ਇਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਖਾਲੀ ਝੋਲੀਆਂ ਲੈ ਕੇ ਆਉਂਦੇ ਨੇ ਤੇ ਭਰ ਕੇ ਲੈ ਜਾਂਦੇ ਹਨ, ਰੋਂਦੇ ਹੋਏ ਆਉਂਦੇ ਨੇ ਤੇ ਹੱਸਦੇ ਹੋਏ ਜਾਂਦੇ ਨੇ। ਮਹਾਰਾਜ ਜੀ ਇਹ ਦਰ ਤਾਂ ਉਹ ਹੈ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ,
ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਊਹਾਂ ਸੱਚ ਹੋਵੇ। ਇਹ ਤਾਂ ਉਹ ਘਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਓ ਇੱਥੇ ਜਿਹੜਾ ਰੋਂਦਾ ਹੋਇਆ ਆਉਂਦਾ ਹੈ, ਉਹ ਹੱਸਦਾ ਹੋਇਆ ਜਾਂਦਾ ਹੈ। ਇਸ ਦਰ ਤੋਂ ਕਦੀ ਕੋਈ ਖਾਲੀ ਨਹੀਂ ਗਿਆ, ਤੇ ਇਹ ਇਸ ਦਰ ਦੇ ਉੱਤੇ ਆ ਕੇ ਤੇ ਰੋਂਦੇ ਪਏ ਨੇ। ਮਹਾਰਾਜ ਇਸ ਦਾ ਕਾਰਨ ਕੀ ਹੈ? ਇਹ ਕਿਉਂ ਰੋਂਦੇ ਪਏ ਨੇ? ਇਹਨਾਂ ਨੂੰ ਕੀ ਚਾਹੀਦਾ ਵੇ? ਮਹਾਰਾਜ ਕਿਆ ਸਾਡੇ ਖਜ਼ਾਨਿਆਂ ਦੇ ਵਿੱਚ ਕਮੀ ਹੈ? ਇਹਨਾਂ ਦੀਆਂ ਝੋਲੀਆਂ ਭਰ ਦਿਓ, ਇਹ ਹੱਸਦੇ ਹੋਏ ਜਾਣ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਇਸ ਵਕਤ ਇਹਨਾਂ ਦਾ ਧਰਮ ਸੰਕਟ ਦੇ ਵਿੱਚ ਹੈ, ਉਸ ਨੂੰ ਬਚਾਉਣਾ ਬੜਾ ਮੁਸ਼ਕਲ ਕੰਮ ਹੈ। ਗੋਬਿੰਦ ਰਾਏ ਜੀ ਕਹਿੰਦੇ ਨੇ ਮਹਾਰਾਜ ਕਿਵੇਂ ਬਚਾਇਆ ਜਾ ਸਕਦਾ ਹੈ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਅਗਰ ਕੋਈ ਪਵਿੱਤਰ ਆਤਮਾ ਆਪਣਾ ਖੂਨ ਡੋਲ ਦੇਵੇ, ਆਪਣਾ ਬਲੀਦਾਨ ਦੇ ਦੇਵੇ, ਤਾਂ ਇਹਨਾਂ ਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। ਜਦ ਕਦੀ ਵੀ ਸੰਸਾਰ ਦੇ ਉੱਤੇ ਪਵਿੱਤਰ ਖੂਨ ਡੁੱਲਿਆ ਵੇ, ਇੱਕ ਕ੍ਰਾਂਤੀ ਆਈ ਹੈ। ਜਦ ਕਿ ਕਦੀ ਡੁੱਲਿਆ, ਬੜੀਆਂ ਬੜੀਆਂ ਵੱਡੀਆਂ ਸਰਕਾਰਾਂ ਨੂੰ ਝੁਕਣਾ ਪੈ ਜਾਂਦਾ। ਦੇਖੋ ਸੱਚ ਦੀ ਆਵਾਜ਼ ਲੈ ਕੇ ਕਿਸਾਨ ਬੈਠੇ ਸਨ, ਕਈਆਂ ਦਾ ਖੂਨ ਡੁੱਲਿਆ। ਅੱਜ ਵਕਤ ਦੀ ਸਰਕਾਰ ਨੂੰ ਝੁਕਣਾ ਪਿਆ, ਉਹਨਾਂ ਦੇ ਸਾਹਮਣੇ ਝੁਕਣਾ ਪੈਂਦਾ ਹੈ। ਜੇ ਕੋਈ ਪਵਿੱਤਰ ਆਤਮਾ ਆਪਣਾ ਬਲੀਦਾਨ ਦੇ ਦੇਵੇ, ਤਾਂ ਮਹਾਰਾਜ ਪੁੱਛਦੇ ਨੇ ਵੀ ਕੈਸਾ ਪਵਿੱਤਰ ਹੋਵੇ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਜਿਸ ਨੇ ਅੱਖਾਂ ਤੋਂ ਕਦੀ ਕੁਝ ਬੁਰਾ ਨਾ ਵੇਖਿਆ ਹੋਵੇ, ਜ਼ੁਬਾਨ ਤੋਂ ਕਦੀ ਕੋਈ ਗਲਤ ਸ਼ਬਦ ਨਾ ਬੋਲੇ ਹੋਣ, ਕੰਨਾਂ ਦੇ ਨਾਲ ਕਦੀ ਕੁਝ ਗਲਤ ਸੁਣਿਆ ਨਾ ਹੋਵੇ, ਹੱਥਾਂ ਦੇ ਨਾਲ ਕਦੀ ਕਿਸੇ ਦਾ ਬੁਰਾ ਨਾ ਕੀਤਾ ਹੋਵੇ, ਪੈਰਾਂ ਦੇ ਨਾਲ ਚੱਲ ਕੇ ਕਦੀ ਕਿਸੇ ਮਾੜੇ ਪਾਸੇ ਨਾ ਗਿਆ ਹੋਵੇ, ਜਿਹਦੇ ਹਿਰਦੇ ਦੇ ਵਿੱਚ ਨਿਰੋਲ ਪਿਆਰ ਹੀ ਪਿਆਰ ਹੋਵੇ, ਅਗਰ ਐਸੀ ਕੋਈ ਪਵਿੱਤਰ ਆਤਮਾ ਕੁਰਬਾਨ ਹੋ ਜਾਏ ਤਾਂ ਇਹਨਾਂ ਦੇ ਧਰਮ ਨੂੰ ਬਚਾਇਆ ਜਾ ਸਕਦਾ ਹੈ। 9 ਸਾਲ ਦੇ ਸਨ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਕਹਿੰਦੇ ਨੇ ਪਿਤਾ ਜੀ ਤੁਹਾਡੇ ਤੋਂ ਪਵਿੱਤਰ ਆਤਮਾ ਹੋਰ ਕੌਣ ਹੋ ਸਕਦੀ ਹੈ? ਤੁਹਾਡੇ ਤੋਂ ਪਵਿੱਤਰ ਮਹਾਰਾਜ, ਤੁਸੀਂ ਆਪਣਾ ਬਲੀਦਾਨ ਦੇ ਕੇ ਤੇ ਇਹਨਾਂ ਦੇ ਧਰਮ ਨੂੰ ਬਚਾਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਕਦਮ ਆਪਣੇ ਸੀਨੇ ਦੇ ਨਾਲ ਲਾ ਲਿਆ, ਆਖਿਆ ਜਿਸ ਦਾ ਤੇਰੇ ਵਰਗਾ ਪੁੱਤਰ ਹੋਵੇ ਨਾ, ਉਹ ਇਸ ਨੇ ਇਹਨਾਂ ਦੇ ਧਰਮ ਤੋਂ ਤਾਂ ਕੀ ਹੈ, ਉਹ ਸਾਰੇ ਦੇਸ਼ ਤੋਂ ਕੁਰਬਾਨ ਹੋ ਸਕਦਾ ਹੈ। ਮੈਨੂੰ ਹੁਣ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਹੈ। ਮਹਾਰਾਜ ਨੇ ਇਹਨਾਂ ਬ੍ਰਾਹਮਣਾਂ ਨੂੰ ਆਖਿਆ ਵੀ ਜਾ ਕੇ ਤੁਸੀਂ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਇਸਲਾਮ ਨੂੰ ਕਬੂਲ ਕਰ ਲੈਣ तो जितने हिंदुस्तान दे विच ब्राह्मण ने, हिंदू ने, ये सब आपे इस्लाम दे विच आ जाणगे। एक एक नूं मारन दी लोड़ नहीं, एक एक नूं कहण दी लोड़ नहीं है, आपे ही असीं इस्लाम विच आ जावांगे जे गुरु तेग बहादुर इस्लाम नूं कबूल कर लैण। गुरु नानक की गद्दी पर अब है गुरु तेग बहादुर, जे वो इस्लाम कबूल कर लें तो हम सब हैं सादर। जे कल्ले गुरु तेग बहादुर साहब अगर इस्लाम कबूल कर लेना तो असी सारे इन्हां दे पिछे आपे इस्लाम कबूल कर लवांगे। इन्हां नूं तसल्ली हो गई कि सतगुरां ने जो बचन कर दिते ने ना, ये तां प्राण जाए पर बचन ना जाए। ये अपनी जान तो दे देंगे पर अपने बचनों की पालना जरूर करनगे। महाराज की बाणी कहती है कि शूरवीर भी उही बंदा हुंदा है जिहड़ा अपने बचनों की पालना करता है। शूरवीर बचन के बली, कौलां बपरी संती छली, गुरबाणी दे फरमान जिहड़े अपने बचनों की पालना करता है। असीं ते गुरु की हजूरी विच बह के जिहड़े बचन करने आ ना, अगले ही पल उन्होंने असीं भुल जाने आ। अगले ही पल असीं तां रोज़ बचन तोड़ देने हाँ, पर वो शूरवीर होंदा है ਜਿਹੜਾ ਘੱਟ ਬੋਲਦਾ ਹੈ ਤੇ ਜੋ ਬੋਲ ਦਿੱਤਾ ਹੈ ਫਿਰ ਉਹਦੇ ਉੱਤੇ ਪੂਰਾ ਪਹਿਰਾ ਦਿੰਦਾ ਹੈ। ਇਹਨਾਂ ਨੂੰ ਵਿਸ਼ਵਾਸ ਹੋ ਗਿਆ, ਬੜੀ ਖੁਸ਼ੀ ਖੁਸ਼ੀ ਚੱਲ ਕੇ ਗਏ ਨੇ ਸ਼੍ਰੀਨਗਰ। ਜਾ ਕੇ ਸ਼ੇਰ ਅਫਗਾਨ ਨੂੰ ਇਹ ਖਬਰ ਦੇ ਦਿੱਤੀ
कि जे गुरु तेग बहादुर इस्लाम कबूल कर लैन तो असी सारे आपे इस्लाम विच आ जावांगे। हुण किसे नूं मारन दी लोड़ नहीं है, ना किसे नूं कहण दी लोड़ है। गुरु तेग बहादुर नूं इस्लाम विच ले आओ, असी आपे ही सारे पिछे इस्लाम विच आ जावांगे। जद ये जाके उन्होंने फरमान सुना दिता गुरु तेग बहादुर साहब दा, शेर अफगान ने ये सारा हुक्म औरंगजेब को पहुँचा दिता है। औरंगजेब ने गिरफ्तारी दे वारंट कट दिते ने। दूसरे पासे गुरु तेग बहादुर साहब ने चलन की तैयारी कर ली है, क्योंकि बचन दिता सी ना, बचना की पालना करनी सी महाराज ने। सतगुरु सच्चे पातशाह जी ने 11 नवंबर 1675 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 10ਵੇਂ ਗੁਰੂ ਨਾਨਕ ਬਣਾ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਸਾਰੀ ਸੰਗਤ ਨੂੰ ਆਖਿਆ ਕਿ ਅੱਜ ਤੋਂ ਬਾਅਦ ਸਾਡੇ ਤੋਂ ਬਾਅਦ ਗੋਬਿੰਦ ਰਾਏ ਨੂੰ ਗੁਰੂ ਜਾਣਨਾ, ਇਹਨਾਂ ਦੀ ਤਾਬਿਆਂ ਦੇ ਵਿੱਚ ਰਹਿਣਾ, ਇਹਨਾਂ ਦੇ ਹੁਕਮ ਮੰਨਣਾ। ਇਹ ਸ਼ੂਰਵੀਰ ਗੁਰੂ ਹਨ, ਕਿਸੇ ਦੀ ਪਰਵਾਹ ਨਹੀਂ ਕਰਨਗੇ। ਇਹ ਜੋ ਵੀ ਕਰਨਗੇ ਤੁਹਾਡੇ ਭਲੇ ਵਾਸਤੇ ਕਰਨਗੇ। ਮਹਾਰਾਜ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ 5 ਸਿੰਘਾਂ ਦੇ ਨਾਲ ਚੱਲਣ ਦੀ ਤਿਆਰੀ ਕਰ ਲਈ ਹੈ। 5 ਸਿੰਘ ਕਿਹੜੇ ਨੇ? ਭਾਈ ਦਿਆਲਾ ਜੀ ਜੋ ਗੁਰੂ ਘਰ ਦੇ ਦੀਵਾਨ ਸਨ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਇਹ ਦੋਨੋਂ ਭਰਾ ਸਨ ਆਪਸ ਦੇ ਵਿੱਚ। ਨਾਲ ਸਨ ਬਾਬਾ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਹਨ। 5ਵੇਂ ਸਿੱਖ ਨੇ ਨਾਲ ਭਾਈ ਊਦਾ ਜੀ। ਇਹ 5 ਸਿੱਖ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 5 ਸਿੱਖ ਜਾਂ ਪੰਜਾਂ ਦੀ ਗਿਣਤੀ ਹਮੇਸ਼ਾ ਗੁਰੂ ਨਾਨਕ ਦੇ ਨਾਲ ਚੱਲਦੀ ਆਈ ਹੈ। ਤਾਂ ਹੀ ਮਹਾਰਾਜ ਨੇ ਆਖਿਆ ਵੀ ਪੰਜਾਂ ਦੇ ਵਿੱਚ ਗੁਰੂ ਵਸਦਾ ਹੈ। ਸਤਿਗੁਰਾਂ ਨੇ ਜਦੋਂ ਚੱਲਣ ਦੀ ਤਿਆਰੀ ਕਰ ਲਈ ਤੇ ਸਾਰਾ ਪਰਿਵਾਰ ਇਕੱਠਾ ਹੋ ਗਿਆ, ਕਿਉਂਕਿ ਚੱਲੇ ਸਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮਾਤਾ ਨਾਨਕੀ ਜੀ ਦੇ ਚਰਨਾਂ ਤੇ ਜਦੋਂ ਮੱਥਾ ਟੇਕਿਆ ਨਾ, ਤੋ ਮਾਤਾ ਨਾਨਕੀ ਜੀ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ। ਦੇਖੋ, ਮਾਂ ਹੈ, ਮਾਂ ਨੂੰ ਪਤਾ ਹੋਵੇ ਕਿ ਮੇਰਾ ਪੁੱਤਰ ਚੱਲਿਆ ਸ਼ਹੀਦ ਹੋਣ ਵਾਸਤੇ, ਪਿਆਰ ਤੇ ਬੇਰਾਗ ਦੇ ਅਥਰੂ ਆ ਹੀ ਜਾਂਦੇ ਨੇ ਉਹਨਾਂ ਦੀਆਂ ਅੱਖਾਂ ਦੇ। ਮਾਂ ਦਾ ਪ੍ਰੇਮ ਬੜਾ ਹੁੰਦਾ ਬੱਚੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਮਾਤਾ ਨੂੰ ਉਪਦੇਸ਼ ਕਰਦੇ ਨੇ, ਮਾਂ ਇਹ ਸਰੀਰ ਤਾਂ ਬਿਨਸਨਹਾਰ ਹੈ, ਤੇ ਇੱਥੇ ਕਿਸੇ ਨੇ ਵੀ ਸਦੀਵੀ ਕਾਲ ਰਹਿ ਨਹੀਂ ਜਾਣਾ ਹੈ। ਇਹ ਸਰੀਰ ਤਾਂ ਜਿਵੇਂ ਰੇਤ ਦੀ ਕੰਧ ਹੈ, ਪਤਾ ਨਹੀਂ ਕਿਸ ਵਕਤ ਇਸ ਨੇ ਡਿੱਗ ਪੈਣਾ ਹੈ। ਇਹ ਤਾਂ ਸਰੀਰ ਸਾਡਾ ਇਸ ਤਰ੍ਹਾਂ ਸਮਝ ਲਵੋ ਕਿ ਜੈਸੇ ਕੋਈ ਪਿੰਜਰੇ ਦੇ ਵਿੱਚ ਕਿਸੇ ਪੰਛੀ ਨੂੰ ਕੈਦ ਕੀਤਾ ਹੋਵੇ, ਪਤਾ ਨਹੀਂ ਉਸ ਪੰਛੀ ਨੇ ਕਦੋਂ ਉੱਡ ਜਾਣਾ ਹੈ, ਪਤਾ ਨਹੀਂ ਕਦੋਂ। ਹਾਡ ਮਾਸ ਨਾੜੀ ਕੋ ਪਿੰਜਰ, ਪੰਛੀ ਬੱਚੇ ਵਿਚਾਰਾ। ਮਹਾਰਾਜ ਕਹਿੰਦੇ ਨੇ ਇੱਥੇ ਕੋਈ ਰਹਿ ਨਹੀਂ ਗਿਆ ਹੈ। ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਵਾਰ, ਕਹਿ ਨਾਨਕ ਥਿਰ ਕਿਛ ਨਹੀਂ, ਸੁਪਨੇ ਜਿਉ ਸੰਸਾਰ। ਮਾਤਾ ਇੱਥੇ ਕਿਸੇ ਨੇ ਵੀ ਸਦੀਵੀ ਕਾਲ ਰਹਿ ਨਹੀਂ ਜਾਣਾ ਹੈ। ਸਰੀਰ ਨਾਲ ਨਾ ਜੁੜੋ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੋ। ਇੱਥੇ ਕਿਸੇ ਨੇ ਵੀ ਹਮੇਸ਼ਾ ਰਹਿ ਨਹੀਂ ਜਾਣਾ ਹੈ। ਇਹ ਤਾਂ ਰਾਣਾ ਰਾਵ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਕੋਈ ਸਦੀਵੀ ਕਾਲ ਇੱਥੇ ਰਹਿ ਨਹੀਂ ਸਕਦਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਕੋਈ ਆਖੇ ਕਿ ਮੈਂ ਇੱਕ ਦਿਨ ਮਰ ਜਾਣਾ ਹੈ, ਤਾਂ ਇਸ ਤੋਂ ਵੱਡਾ ਕੋਈ ਸੱਚ ਨਹੀਂ ਹੈ। ਤੇ ਕੋਈ ਆਖੇ ਮੈਂ ਸਦੀਵੀ ਕਾਲ ਰਹਿ ਜਾਣਾ ਹੈ, ਤਾਂ ਇਸ ਤੋਂ ਵੱਡਾ ਕੋਈ ਝੂਠ ਨਹੀਂ ਹੈ। मौत से भला किसकी यारी है, आज उनकी तो कल अपनी बारी है। ये तो सब ने जाना है इत्थों से।
ਮਾਤਾ ਨਾਨਕੀ ਜੀ ਕੋਲੋਂ ਵਿਦਾਇਗੀ ਲੈ ਕੇ ਜਦੋਂ ਮਾਤਾ ਗੁਜਰ ਕੌਰ ਜੀ ਦੇ ਕੋਲ ਆਏ ਨੇ ਨਾ, ਤਾਂ ਮਾਤਾ ਗੁਜਰ ਕੌਰ ਜੀ ਦੀਆਂ ਅੱਖਾਂ ਦੇ ਵਿੱਚ ਵੀ ਪਤੀ ਦੇ ਵਿਛੋੜੇ ਦੇ ਪ੍ਰੇਮ ਦੇ ਹੰਝੂ ਆ ਗਏ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਸੁਪਤਨੀ ਨੂੰ ਮਾਤਾ ਗੁਜਰ ਕੌਰ ਜੀ ਨੂੰ ਉਪਦੇਸ਼ ਕਰਦੇ ਹਨ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਕਿ ਇਹ ਸੰਜੋਗ ਵਿੰਜੋਗ ਦੋਈ ਕਾਰ ਚਲਾਵੇ, ਲੇਖੇ ਆਵੇ ਭਾਗ। ਇਹ ਤੇ ਜਿਤਨਾ ਕਿਸੇ ਦੇ ਨਾਲ ਸੰਜੋਗ ਲਿਖਿਆ ਹੋਇਆ ਹੈ, ਇੱਕ ਦਿਨ ਵਿਛੋੜਾ ਵੀ ਹੋਣਾ ਹੈ। ਮਿਲਾਪ ਦੇ ਨਾਲ ਹੀ ਵਿਛੋੜਾ ਲਿਖਿਆ ਹੋਇਆ। ਜਿਵੇਂ ਬਾਣੀ ਕਹਿੰਦੀ ਨਾ ਕਿ ਮਰਨ ਲਿਖਾਏ ਮੰਡਲ ਮੇ ਆਏ, ਜਨਮ ਦੇ ਨਾਲ ਹੀ ਮਰਨ ਹੈ, ਮਿਲਾਪ ਦੇ ਨਾਲ ਵਿਛੋੜਾ ਵੀ ਹੈ। ਇਹ ਤਾਂ ਸੰਜੋਗ ਵਿੰਜੋਗ ਤੁਰੋਂ ਹੀ ਹੁਆ, ਇਹ ਤਾਂ ਇੱਕ ਨਾ ਇੱਕ ਦਿਨ ਵਿਛੜਨਾ ਹੀ ਹੈ। ਅਸੀਂ ਬਾਲਕ ਗੋਬਿੰਦ ਰਾਏ ਜੀ ਦੇ ਕੋਲ ਜਦੋਂ ਪਹੁੰਚੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਤਾ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਹੈ, ਅਸੀਸ ਲਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਦਾ ਤੇਰੇ ਵਰਗਾ ਪੁੱਤਰ ਹੋਵੇ ਨਾ, ਉਹਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਸੇ। ਹੁਣ ਮਹਾਰਾਜ ਇੱਕ ਸਵਾਲ ਕਰਦੇ ਨੇ ਵੀ ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ, ਮੈਂ ਚੱਲਿਆ ਵਾਂ, ਸ਼ਹੀਦ ਹੋ ਜਾਣਾ, ਤੂੰ ਅਨਾਥ ਹੋ ਜਾਏਗਾ, ਫਿਰ ਤੂੰ ਕੀ ਕਰੇਗਾ? ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰਬਾਣੀ ਕਹਿੰਦੀ ਹੈ ਕਿ ਮਾਤਾ ਮਤ ਪਿਤਾ ਸੰਤੋਖ। ਜਿਹਦੇ ਕੋਲ ਸੰਤੋਖ ਵਰਗਾ ਪਿਤਾ ਹੋਵੇ ਨਾ, ਜਿਹਦੇ ਕੋਲ ਅਕਾਲ ਪੁਰਖ ਵਾਹਿਗੁਰੂ ਵਰਗਾ ਪਿਤਾ ਹੋਵੇ, ਉਹ ਦੁਨੀਆ ਵਿੱਚ ਕਦੀ ਅਨਾਥ ਨਹੀਂ ਹੋ ਸਕਦਾ ਹੈ, ਉਹ ਕਦੀ ਯਤੀਮ ਨਹੀਂ ਹੋ ਸਕਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਮੇਰੇ ਇਕੱਲੇ ਯਤੀਮ ਹੋਣ ਦੇ ਨਾਲ ਹਿੰਦੁਸਤਾਨ ਦੇ ਲੱਖਾਂ ਬੱਚਿਆਂ ਨੂੰ ਯਤੀਮ ਹੋਣ ਤੋਂ ਅਗਰ ਬਚਾਇਆ ਜਾ ਸਕਦਾ ਹੈ, ਤਾਂ ਪਿਤਾ ਜੀ ਮੈਂ ਸਮਝਦਾ ਕਿ ਇਹ ਸੌਦਾ ਬੜਾ ਸਸਤਾ ਸੌਦਾ ਹੈ। ਜਿਹਨੇ ਆਪਣਾ ਪਿਤਾ ਕੁਰਬਾਨ ਕਰਕੇ ਹਿੰਦੁਸਤਾਨ ਦੇ ਬੱਚਿਆਂ ਦੇ ਪਿਤਾ ਦੀ ਰੱਖਿਆ ਕੀਤੀ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਮਾਤਾ ਗੁਜਰ ਕੌਰ ਜੀ ਨੂੰ ਜਾ ਕੇ ਕਹਿੰਦੇ ਨੇ ਵੀ ਤੇਰਾ ਪਤੀ ਹੁਣ ਚਲਾਣਾ ਕਰ ਜਾਏਗਾ, ਤੂੰ ਵਿਧਵਾ ਹੋ ਜਾਏਗੀ, ਤੂੰ ਕੈਸਾ ਮਹਿਸੂਸ ਕਰਨੀ ਹੈ? ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਕਿ ਇੱਕ ਮੇਰੇ ਵਿਧਵਾ ਹੋਣ ਦੇ ਨਾਲ ਜੇ ਹਿੰਦੁਸਤਾਨ ਦੀਆਂ ਲੱਖਾਂ ਔਰਤਾਂ ਨੂੰ ਵਿਧਵਾ ਹੋਣ ਤੋਂ ਬਚਾਇਆ ਜਾ ਸਕਦਾ ਹੈ, ਤਾਂ ਮੈਂ ਸਮਝਦੀ ਹਾਂ ਕਿ ਇਹ ਸੌਦਾ ਮੇਰੇ ਵਾਸਤੇ ਬੜਾ ਸਸਤਾ ਸੌਦਾ ਹੈ। ਉਸਕਾ ਸਭ ਕੁਛ ਥਾ ਗੁਜ਼ਰਾ, ਬੜੀਆਂ ਕੀਮਤੀ ਪੰਕਤੀਆਂ ਨੇ ਕਿਸੇ ਕਵੀ ਦੀਆਂ। ਉਸਕਾ सब कुछ था गुजरा, उसका दिल गुजरा, उसकी जान गुजरी, उस जगह से कौन गुजर सकता है जिस जगह से गुजरी माँ गुजरी। माता गुजर कौर जी जिस जगह तो गुजरे ने ना, मैं कल अर्ज करांगा कि कैसा समा उन्हां दे अगे आया है। पिता शहीद हो गया, सामने पोतरे शहीद हो गए ने, पुत्र कलो विछड़ गए ने, कैसा समा उन्हां दे उत्ते आया। जिथों वो गुजरे ने ना, ऐसा दुनिया में कोई मिसाल नहीं मिलती है। महाराज सच्चे पातशाह जी अपने परिवार कोलों विदायगी लैके जब चले हैं तो पिछे बहुत सारिया संगतां भी नाल चल पईयां ने। आनंदपुर साहब की जूह तो जदों बाहर आए ने ना, कीरतपुर साहब अपने वड्डे वडेरे गुरुआं दे अस्थानां ते मत्था टेक के अरदास करके सतगुर जब चलन लगे तो महाराज ने फिर एक लकीर खिंच दी है। हुण इस लकीर तो अगे कोई नहीं आएगा। केवल 5 सिख महाराज दे नाल चले हैं और सतगुर जी वख-वख शहरां नूं तारदे होए आगरा दे विच पहुंचे ने। आगरे दे विच एक माई है, माई जस्सी। इन्हें अपने हत्थां दे नाल एक थान बनाया और अखां इस दियां कमज़ोर हो गईयां ने, शरीर कमज़ोर हो गया। रोज़ अरदास करदी है, सच्चे पातशाह मैं चल के तेरे कोल नहीं आ सकदी, तू चल के जे आ जावें तो कितना चंगा होवे। देखो गुरु नूं सच्चे मन नाल याद करिए ना, तो गुरु चल के भी आ जाता है। महाराज जिस माई कोल पहुँचे ने, उसने वो थान भेंट कीता है जिथे हुण गुरुद्वारा बनिया है, गुरुद्वारा माई थान।
उस माता नूं ही अमर कर दिता महाराज ने। सतगुरु ने इत्थों गिरफ्तारी दिती है। एक हसन अली नाम का एक आजड़ी सी, बड़ा गरीब सी। वो अरदास करदा सी कि हे खुदावन ताला तू गिरफ्तार ते होना ही है। गुरु तेग बहादुर साहब नूं कहना, कहंदा तुसीं गिरफ्तार ते होना ही है। कितना चंगा होवे जो तुहाडी गिरफ्तारी दा जो इनाम है वो मैनू मिल जावे ते मेरी गरीबी दूर हो जाए। महाराज ने एक अंगूठी ते एक दुशाला इस नूं दिता है हसन अली नूं, इस नूं बेच के ते कुछ खाण